ਅਗਸਤ ਦੇ ਵਿੱਚ ਜਿਵੇਂ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋ ਰਿਹਾ ਹੈ, ਪਿਛਲੇ ਕੁਝ ਮਹੀਨਿਆਂ ਦੇ ਵਿੱਚ ਨੌਕਰੀਆਂ ਦੇ ਘਾਟੇ ਦੇ ਸਿਖਰ ਤੇ ਆ ਜਾਣ ਤੋਂ ਬਾਅਦ ਇਹ ਸੁਝਾਅ ਦਿੱਤੇ ਜਾ ਰਹੇ ਨੇ ਕਿ ਵੱਧਦੀ ਵਿਆਜ ਦਰ ਤੇ ਵਿਚਕਾਰ ਆਰਥਿਕਤਾ ਹੌਲੀ ਹੋਣ ਲੱਗੀ ਹੈ, ਜਿਸ ਕਰਕੇ ਇਹ ਲੇਬਰ ਫੋਰਸ ਦਾ ਸਰਵੇਖਣ ਇਸ ਰਿਪੋਰਟ ਨੂੰ ਦਰਸਾ ਰਿਹਾ ਹੈ। ਪਿਛਲੇ ਕਈ ਮਹੀਨਿਆਂ ਦੇ ਵਿੱਚ ਇਹ ਰਿਪੋਰਟ ਦੇਖੀ ਜਾ ਰਹੀ ਸੀ ਔਰ ਬੈਂਕ ਆਫ ਕੈਨੇਡਾ ਅਰਥ ਵਿਵਸਥਾ ਦੇ ਵਿੱਚ ਕਿਸੇ ਵੀ ਵਿਕਾਸ ਦੇ ਲਈ ਦੇਖ ਰਿਹਾ ਹੈ, ਕਿਉਂਕਿ ਇਹ ਮਹਿੰਗਾਈ ਨੂੰ ਰੋਕਣ ਦੇ ਲਈ ਵਿਆਜ ਦਰਾਂ ਦੇ ਵਿੱਚ ਵਾਧਾ ਕਰਦਾ ਹੈ। ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਕੇਂਦਰੀ ਬੈਂਕ ਨੇ ਆਪਣੀ ਬੈਂਚਮਾਰਕ ਵਿਆਜ ਦਰ ਦੇ ਵਿੱਚ 1% ਅੰਕ ਤੇ 3/4 ਦਾ ਵਾਧਾ ਕੀਤਾ। ਇਸ ਨੂੰ 3.25% ਤੱਕ ਲਿਆਇਆ ਗਿਆ। ਅਗਸਤ ਵਿੱਚ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਨੌਕਰੀਆਂ ਦੇ ਘਾਟੇ ਦੇ ਸਿਖਰ ਤੇ ਆ ਗਿਆ ਹੈ। ਇਹ ਸੁਝਾਅ ਦਿੰਦਾ ਹੈ ਕਿ ਵੱਧਦੀ ਵਿਆਜ ਦਰਾਂ ਦੇ ਵਿਚਕਾਰ ਆਰਥਿਕਤਾ ਹੌਲੀ ਹੋਣ ਲੱਗੀ ਹੈ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਆਪਣੇ ਲੇਬਰ ਫੋਰਸ ਸਰਵੇਖਣ ਦੇ ਵਿੱਚ ਦੱਸਿਆ ਕਿ ਅਗਸਤ ਵਿੱਚ ਬੇਰੁਜ਼ਗਾਰੀ ਦੀ ਦਰ 5.4% ਸੀ, ਜੋ 7 ਮਹੀਨਿਆਂ ਬਾਅਦ ਵਧੀ ਹੈ। ਇਹ ਜੁਲਾਈ ਦੇ ਵਿੱਚ 4.9% ਤੋਂ ਵੱਧ ਹੈ, ਜੋ ਕਿ ਤੁਲਨਾਤਮਕ ਡੇਟਾ ਪਹਿਲੀ ਵਾਰ 1976 ਵਿੱਚ ਉਪਲਬਧ ਹੋਣ ਤੋਂ ਬਾਅਦ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਤੇ ਹੈ। BMO ਦੇ ਸੀਨੀਅਰ ਅਰਥਸ਼ਾਸਤਰੀ ਨੇ ਕਿਹਾ ਹੈ ਕਿ ਆਰਥਿਕਤਾ ਸਾਲ ਦੇ ਪਹਿਲੇ ਅੱਧ ਵਿੱਚ ਕਮਾਲ ਦੀ ਤਾਕਤ ਤੋਂ ਬਾਅਦ ਕੁਝ ਕਮਜ਼ੋਰੀ ਦਿਖਾਉਣੀ ਸ਼ੁਰੂ ਕਰ ਰਹੀ ਹੈ। ਕੁਝ ਮਹੀਨੇ ਪਹਿਲਾਂ ਆਰਥਿਕਤਾ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਸੀ ਤੇ ਹੁਣ ਲੱਗਦਾ ਹੈ ਕਿ ਇੱਕ ਝਟਕਾ ਹੈ। ਕੁੱਲ ਮਿਲਾ ਕੇ ਕੈਨੇਡੀਅਨ ਅਰਥਚਾਰੇ ਨੇ ਪਿਛਲੇ ਮਹੀਨੇ ਅਗਸਤ ਵਿੱਚ 40,000 ਨੌਕਰੀਆਂ ਗਵਾ ਦਿੱਤੀਆਂ। ਨੁਕਸਾਨ ਜਨਤਕ ਖੇਤਰ ਵਿੱਚ ਕੇਂਦਰਿਤ ਸੀ। ਅਗਸਤ ਵਿੱਚ ਗਿਰਾਵਟ ਦਾ ਲਗਾਤਾਰ ਤੀਜਾ ਮਹੀਨਾ ਵੀ ਦਰਜ ਕੀਤਾ ਗਿਆ। ਉਸ ਸਮੇਂ ਦੌਰਾਨ ਕੁੱਲ 1,14,000 ਨੌਕਰੀਆਂ ਖਤਮ ਹੋ ਗਈਆਂ। ਰਿਪੋਰਟ ਵਿੱਚ ਕਿਹਾ ਗਿਆ ਕਿ ਪੇਸ਼ੇਵਰ ਵਿਗਿਆਨਕ ਤੇ ਤਕਨੀਕੀ ਸੇਵਾਵਾਂ ਵਿੱਚ ਰੋਜ਼ਗਾਰ ਲਾਭ, ਸਿੱਖਿਆ ਸੇਵਾਵਾਂ ਤੇ ਉਸਾਰੀ ਵਿੱਚ ਗਿਰਾਵਟ ਨਾਲ ਭਰੇ ਹੋਏ ਨੇ। ਹਾਲਾਂਕਿ CIBC ਨੇ ਕਿਹਾ ਕਿ ਸਿੱਖਿਆ ਵਿੱਚ 50,000 ਨੌਕਰੀਆਂ ਦਾ ਨੁਕਸਾਨ ਮੌਸਮੀ ਚੁਣੌਤੀਆਂ ਨੂੰ ਦਰਸਾਉਂਦਾ ਹੈ ਤੇ ਬਾਅਦ ਵਿੱਚ ਉਲਟ ਸਕਦਾ ਹੈ। ਬੈਂਕ ਆਫ ਕੈਨੇਡਾ ਅਰਥ ਵਿਵਸਥਾ ਵਿੱਚ ਕਿਸੇ ਵੀ ਵਿਕਾਸ ਲਈ ਦੇਖ ਰਿਹਾ ਹੈ, ਕਿਉਂਕਿ ਇਹ ਮਹਿੰਗਾਈ ਨੂੰ ਰੋਕਣ ਲਈ ਵਿਆਜ ਦਰਾਂ ਵਿੱਚ ਵਾਧਾ ਕਰਦਾ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਕੇਂਦਰੀ ਬੈਂਕ ਨੇ ਆਪਣੀ ਬੈਂਚਮਾਰਕ ਵਿਆਜ ਦਰ ਦੇ ਵਿੱਚ 1% ਅੰਕ ਤੇ 3/4 ਦਾ ਵਾਧਾ ਕੀਤਾ। ਇਸ ਨੂੰ 3.25% ਤੱਕ ਲਿਆਂਦਾ। ਵਿਆਜ ਦਰਾਂ ਵਧਣ ਦੇ ਕਾਰਨ ਆਰਥਿਕ ਮੰਦੀ ਦੀ ਉਮੀਦ ਹੈ, ਪਰ ਬੈਂਕ ਨੇ ਕਿਹਾ ਹੈ ਕਿ ਦਰਾਂ ਵਿੱਚ ਵਾਧੇ ਦੇ ਚੱਕਰ ਨੂੰ ਖਤਮ ਕਰਨ ਲਈ ਮਹਿੰਗਾਈ ਅਜੇ ਵੀ ਬਹੁਤ ਜ਼ਿਆਦਾ ਹੈ। ਕੇਂਦਰੀ ਬੈਂਕ ਦੀ ਅਕਤੂਬਰ ਦੀ ਮੀਟਿੰਗ ਤੋਂ ਪਹਿਲਾਂ ਇੱਕ ਹੋਰ ਲੇਬਰ ਫੋਰਸ ਸਰਵੇਖਣ ਦੇ ਨਾਲ ਅਜੇ ਵੀ ਇਹ ਸੰਭਾਵਨਾ ਜਾਪਦੀ ਹੈ ਕਿ ਇੱਕ ਵਿਰਾਮ ਦੇਖੇ ਜਾਣ ਤੋਂ ਪਹਿਲਾਂ ਘੱਟੋ-ਘੱਟ ਇੱਕ ਹੋਰ ਦਰਾਂ ਵਿੱਚ ਵਾਧਾ ਹੋਏਗਾ। ਅਗਸਤ ਵਿੱਚ ਨੌਕਰੀਆਂ ਵਿੱਚ ਕਮੀ ਮੁੱਖ ਤੌਰ ਤੇ 15 ਤੋਂ 24 ਸਾਲ ਦੀ ਉਮਰ ਦੀਆਂ ਔਰਤਾਂ ਤੇ 55 ਤੋਂ 64 ਸਾਲ ਦੀ ਉਮਰ ਦੇ ਲੋਕਾਂ ਵਿੱਚ ਕੇਂਦਰਿਤ ਸੀ, ਜਦੋਂ ਕਿ ਕਿਰਤ ਸ਼ਕਤੀ ਦੀ ਭਾਗੀਦਾਰੀ ਦਰ ਸਮੁੱਚੇ ਤੌਰ ਤੇ ਸਥਿਰ ਰਹੀ। ਅਗਸਤ ਵਿੱਚ ਔਸਤ ਘੰਟਾਵਾਰ ਮਜ਼ਦੂਰੀ 1 ਸਾਲ ਪਹਿਲਾਂ ਦੇ ਮੁਕਾਬਲੇ 5.4% ਵਧੀ ਹੈ, ਜੋ ਕਿ ਜੁਲਾਈ ਵਿੱਚ 5.2% ਦੇ ਸਾਲ ਦਰ ਸਾਲ ਵਾਧੇ ਤੇ ਵਾਧਾ ਹੈ। ਮਾਹਰਾਂ ਨੇ ਕਿਹਾ ਕਿ ਉੱਚ ਮਹਿੰਗਾਈ ਦੇ ਵਿਚਕਾਰ ਤਨਖਾਹ ਵਾਧੇ ਦੀ ਗਤੀ ਕੁਝ ਔਖੀ ਦਿਖਾਵੇਗੀ। ਸਟੈਟਿਸਟਿਕਸ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਰੋਜ਼ਗਾਰ ਦਾਤਾਵਾਂ ਨੂੰ ਭਰਤੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਜਾਰੀ ਰੱਖਣ ਦੀ ਸੰਭਾਵਨਾ ਹੈ, ਕਿਉਂਕਿ ਬਹੁਤ ਸਾਰੇ ਕੈਨੇਡੀਅਨ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਜਾਂਦੇ ਨੇ। ਅਗਸਤ ਵਿੱਚ 3,700,000 ਕੈਨੇਡੀਅਨਾਂ ਨੇ 1 ਸਾਲ ਪਹਿਲਾਂ ਪਿਛਲੇ ਸਾਲ ਰਿਟਾਇਰ ਹੋਣ ਲਈ ਆਪਣੀ ਨੌਕਰੀ ਛੱਡ ਦਿੱਤੀ ਸੀ। ਰਿਪੋਰਟ ਵਿੱਚ ਪਿਛਲੇ 5 ਸਾਲ ਕੈਨੇਡਾ ਵਿੱਚ ਆਏ ਪ੍ਰਵਾਸੀਆਂ ਵਿੱਚ ਬੇਰੁਜ਼ਗਾਰੀ ਦੀ ਦਰ ਨੂੰ ਵੀ ਦੇਖਿਆ। ਇਸ ਸਮੂਹ ਲਈ ਬੇਰੁਜ਼ਗਾਰੀ ਦੀ ਦਰ 7.6% ਸੀ, ਜੋ ਕਿ 2006 ਵਿੱਚ ਤੁਲਨਾਤਮਕ ਡੇਟਾ ਉਪਲਬਧ ਹੋਣ ਤੋਂ ਬਾਅਦ ਕਿਸੇ ਵੀ ਅਗਸਤ ਨਾਲੋਂ ਘੱਟ ਸੀ। ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਨੌਕਰੀ ਛੱਡਣ ਦੀ ਕੋਸ਼ਿਸ਼ ਕਰਨ ਵਾਲੇ ਕਰਮਚਾਰੀਆਂ ਦੀ ਫੀਸਦੀ ਵਧ ਰਹੀ ਹੈ। ਫੈਡਰਲ ਏਜੰਸੀ ਦੇ ਮੁਤਾਬਕ 11.9% ਸਥਾਈ ਕਰਮਚਾਰੀ ਅਗਲੇ 12 ਮਹੀਨਿਆਂ ਦੇ ਅੰਦਰ ਆਪਣੀਆਂ ਨੌਕਰੀਆਂ ਛੱਡਣ ਦੀ ਯੋਜਨਾ ਬਣਾ ਰਹੇ ਸਨ, ਜਨਵਰੀ ਵਿੱਚ ਲਗਭਗ ਦੁੱਗਣੀ ਦਰ ਦੇ ਨਾਲ। ਘੱਟ ਆਮਦਨ ਵਾਲੇ ਲੋਕਾਂ ਲਈ ਇਹ ਦਰ ਹੋਰ ਵੀ ਵੱਧ ਸੀ। ਅਗਸਤ ਵਿੱਚ ਜਿਨ੍ਹਾਂ ਕਾਮਿਆਂ ਦੀ ਔਸਤ ਘੰਟਾਵਾਰ ਵੇਜ 20% ਦੇ ਹੇਠਾਂ ਸੀ, ਉਹਨਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਹ ਆਪਣੀ ਨੌਕਰੀ ਛੱਡਣ ਦੀ ਯੋਜਨਾ ਬਣਾ ਰਹੇ ਨੇ। ਲੇਬਰ ਫੋਰਸ ਸਰਵੇਖਣ ਨੇ ਕਰਮਚਾਰੀਆਂ ਨੂੰ ਉਹਨਾਂ ਨੌਕਰੀਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਪੁੱਛਿਆ ਜੋ ਜ਼ਰੂਰੀ ਜਾਂ ਬਹੁਤ ਮਹੱਤਵਪੂਰਨ ਮੰਨਦੇ ਨੇ। ਉੱਤਰਦਾਤਾਵਾਂ ਦੁਆਰਾ ਪਛਾਣਿਆ ਗਿਆ ਪ੍ਰਮੁੱਖ ਕਾਰਨ ਤਨਖਾਹ ਤੇ ਲਾਭ ਸਨ, ਜਿਨ੍ਹਾਂ ਵਿੱਚੋਂ 85.4% ਨੇ ਇਸ ਨੂੰ ਸਭ ਤੋਂ ਮਹੱਤਵਪੂਰਨ ਕਾਰਨ ਦਰਜਾ ਦਿੱਤਾ। ਜਿਵੇਂ ਕਿ ਵਧੇਰੇ ਲੋਕ ਦਫ਼ਤਰ ਵੱਲ ਜਾਂਦੇ ਨੇ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਸਿਰਫ ਘਰ ਤੋਂ ਕੰਮ ਕਰਨਾ ਘਟ ਰਿਹਾ, ਜਦੋਂ ਕਿ ਹਾਈਬ੍ਰਿਡ ਵਾਲੇ ਲੋਕਾਂ ਦੀ ਅਨੁਪਾਤ ਵਧ ਰਹੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।